ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ 8th ਸਾਇੰਸ ਲੈਸਨ ਨੰਬਰ 8 ਸਟਰਕਚਰ ਆਫ ਸੈੱਲ ਭਾਵ ਕਿ ਸੈੱਲ ਬਣਤਰ ਅਤੇ ਕਾਰਜ ਦੀ ਫੁੱਲ ਐਕਸਰਸਾਈਜ਼ ਜੋ ਕਿ ਸੋਲਵ ਕੀਤੀ ਹੋਈ ਹੈ ਸਾਂਝੀ ਕਰਨ ਜਾ ਰਿਹਾ ਹਾਂ। ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਣਾ। ਲੈਸਨ ਨੰਬਰ 8 ਸੈੱਲ ਬਣਤਰ ਅਤੇ ਕਾਰਜ। ਠੀਕ ਗਲਤ ਬਾਰੇ ਦੇਖਾਂਗੇ। ਪ੍ਰਸ਼ਨ ਨੰਬਰ 1 ਦੇ ਵਿੱਚ ਊੜਾ ਇੱਕ ਸੈਲੀ ਜੀਵਾਂ ਵਿੱਚ ਇੱਕ ਹੀ ਸੈੱਲ ਹੁੰਦਾ ਹੈ, ਬਿਲਕੁਲ ਠੀਕ ਹੈ। ਪੇਸ਼ੀ ਸੈੱਲਾਂ ਵਿੱਚ ਸ਼ਾਖਾਵਾਂ ਹੁੰਦੀਆਂ ਹਨ, ਗਲਤ। ਕਿਸੇ ਜੀਵ ਦੀ ਮੁੱਢਲੀ ਸੰਰਚਨਾ ਅੰਗ ਹੈ, ਗਲਤ ਹੈ ਕਿਉਂਕਿ ਮੁੱਢਲੀ ਸੰਰਚਨਾ ਜੋ ਹੈ ਸੈੱਲ ਹੁੰਦੀ ਹੈ। ਅਮੀਬਾ ਦੀ ਆਕ੍ਰਿਤੀ ਅਨਿਯਮਿਤ ਹੁੰਦੀ ਹੈ, ਬਿਲਕੁਲ ਠੀਕ ਹੈ। ਪ੍ਰਸ਼ਨ ਨੰਬਰ 2 ਮਨੁੱਖੀ ਨਾੜੀ ਸੈੱਲ ਦਾ ਚਿੱਤਰ ਬਣਾਓ। ਨਾੜੀ ਸੈੱਲਾਂ ਦੁਆਰਾ ਕੀ ਕੰਮ ਕੀਤਾ ਜਾਂਦਾ ਹੈ? ਇਸ ਦਾ ਉੱਤਰ ਹੈ ਬੇਟੇ ਦੇਖੋ, ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਸ ਦੀ ਡਾਇਆਗ੍ਰਾਮ ਬਣਾਉਣੀ ਆ ਜਾਂਦੀ ਹੈ, ਇਸ ਨੂੰ ਬਹੁਤ ਧਿਆਨ ਨਾਲ ਸਮਝਣਾ। ਜੋ ਸਭ ਤੋਂ ਪਹਿਲੇ ਬਾਹਰ ਸ਼ਾਖਾਵਾਂ ਬਣੀਆਂ ਹੋਈਆਂ ਹਨ ਉਹ ਇਸ ਦੇ ਡੈਂਡਰਾਈਟਸ ਹਨ ਅਤੇ ਉਸ ਦੀ ਜੋ ਹੈ ਬਾਕੀ ਹਿੱਸਾ ਸੈੱਲ ਬੋਡੀ ਹੈ ਅਤੇ ਸੈੱਲ ਬੋਡੀ ਦੇ ਵਿੱਚ ਕੇਂਦਰਕ ਹੈ। ਅਤੇ ਜੋ ਹੇਠਾਂ ਨੂੰ ਜਾ ਰਹੀ ਆ ਸ਼ਿਖਾ ਉਹ ਹੈ ਆਕਸਨ। ਕੀ ਬੋਲਾਂਗੇ ਇਸ ਨੂੰ? ਐਕਸਾਨ ਪੰਜਾਬੀ ਦੇ ਵਿੱਚ। ਅਤੇ ਜੋ ਲਾਸਟ ਹੈ ਨਰਵ ਐਂਡਿੰਗ ਆ ਭਾਵ ਕਿ ਨਾੜੀ ਦਾ ਸਿਰਾ। ਨਾੜੀ ਸੈੱਲ ਦੇ ਕਾਰਜ। ਨਾੜੀ ਸੈੱਲ ਮਨੁੱਖੀ ਸਰੀਰ ਵਿੱਚ ਸੂਚਨਾਵਾਂ ਨੂੰ ਬਿਜਲਈ ਸਰੋਤਾਂ ਦੇ ਰੂਪ ਵਿੱਚ ਸਥਾਨਾਂਤਰਿਤ ਕਰਦੇ ਹਨ। ਪ੍ਰਸ਼ਨ ਨੰਬਰ 3 ਹੇਠ ਲਿਖਿਆਂ 'ਤੇ ਸੰਖੇਪ ਨੋਟ ਲਿਖੋ। ਊੜਾ ਸੈੱਲ ਦਰਵ, ਸੈੱਲ ਦਾ ਕੇਂਦਰਕ। ਇਸ ਦਾ ਉੱਤਰ ਹੈ ਸੈੱਲ ਪਦਾਰਥ। ਇਹ ਇੱਕ ਜੈਲੀ ਵਰਗਾ ਪਦਾਰਥ ਹੁੰਦਾ ਹੈ ਜੋ ਸੈੱਲ ਝਿੱਲੀ ਅਤੇ ਕੇਂਦਰਕ ਦੇ ਵਿਚਕਾਰ ਭਰਿਆ ਹੁੰਦਾ ਹੈ। ਸੈੱਲ ਦਾ ਕੇਂਦਰਕ ਇਹ ਗੋਲਾਕਾਰ ਆਕਾਰ ਦਾ ਹੁੰਦਾ ਹੈ ਅਤੇ ਸੈੱਲ ਦੇ ਕੇਂਦਰ ਵਿੱਚ ਸਥਿਤ ਹੁੰਦਾ ਹੈ। ਕੇਂਦਰਕ ਝਿੱਲੀ ਕੇਂਦਰਕ ਨੂੰ ਸੈੱਲ ਦਰਵ ਤੋਂ ਵੱਖ ਕਰਦੀ ਹੈ। ਕੇਂਦਰਕ ਸੈੱਲ ਦੀਆਂ ਸਾਰੀਆਂ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਪ੍ਰਸ਼ਨ ਨੰਬਰ 4 ਸੈੱਲ ਦੇ ਕਿਹੜੇ ਭਾਗ ਵਿੱਚ ਸੈੱਲ ਅੰਗ ਭਾਵ ਕਿ ਨਿੱਕੜੇ ਅੰਗ ਪਾਏ ਜਾਂਦੇ ਹਨ? ਸੈੱਲ ਦਰਵ ਜਾਂ ਸੈੱਲ ਪਦਾਰਥ ਵਿੱਚ। ਪ੍ਰਸ਼ਨ ਨੰਬਰ 5 ਪੌਦਾ ਸੈੱਲ ਅਤੇ ਜੰਤੂ ਸੈੱਲ ਦੇ ਚਿੱਤਰ ਬਣਾ ਕੇ ਉਹਨਾਂ ਵਿੱਚ ਅੰਤਰ ਲਿਖੋ। ਇਸ ਵਿੱਚ ਤੁਸੀਂ ਧਿਆਨ ਨਾਲ ਦੇਖਣਾ ਕਿ ਦੋ ਚਿੱਤਰ ਬਣਾਏ ਗਏ ਹਨ। ਇੱਕ ਪੌਦਾ ਸੈੱਲ ਹੈ ਅਤੇ ਇੱਕ ਜੰਤੂ ਸੈੱਲ ਹੈ। ਜੋ ਪੌਦਾ ਸੈੱਲ ਹੈ ਸਭ ਤੋਂ ਬਾਹਰ ਉਸ ਦੇ ਇੱਕ ਸੈੱਲ ਭਿੱਤੀ ਭਾਵ ਕਿ ਸੈੱਲ ਵਾਲ ਦਰਸਾਈ ਗਈ ਹੈ ਜੋ ਕਿ ਜੰਤੂ ਸੈੱਲ ਵਿੱਚ ਨਹੀਂ ਹੁੰਦੀ ਹੈ। ਕਿਉਂਕਿ ਜੰਤੂ ਸੈੱਲ ਦੇਖੋ ਆਪਾਂ ਦੇਖਦੇ ਹਾਂ ਕਿ ਜੰਤੂ ਸੈੱਲ ਜੋ ਹੈ ਉਹ ਸੈੱਲ ਝਿੱਲੀ ਤੋਂ ਹੀ ਸਟਾਰਟ ਹੁੰਦੀ ਹੈ, ਉਸ ਦੀ ਬਾਹਰਲੀ ਜੋ ਕੰਧ ਹੈ ਬਾਹਰਲੀ ਵਾਲਜ਼ ਹੈ, ਜਦ ਕਿ ਉੱਧਰ ਸਭ ਤੋਂ ਪਹਿਲਾਂ ਜੋ ਪੌਦਾ ਸੈੱਲ ਹੈ ਉਸ ਵਿੱਚ ਸੈੱਲ ਭਿੱਤੀ ਪਹਿਲੇ ਆਉਂਦੀ ਹੈ ਜੋ ਕਿ ਜੰਤੂ ਸੈੱਲ ਵਿੱਚ ਨਹੀਂ ਹੁੰਦੀ। ਭਾਵ ਕਿ ਪੌਦਾ ਸੈੱਲ ਵਿੱਚ ਸੈੱਲ ਭਿੱਤੀ ਹੁੰਦੀ ਹੈ ਅਤੇ ਜੋ ਕਿ ਜੰਤੂ ਸੈੱਲ ਵਿੱਚ ਸੈੱਲ ਭਿੱਤੀ ਨਹੀਂ ਹੁੰਦੀ ਅਤੇ ਦੋਵਾਂ ਵਿੱਚ ਸੈੱਲ ਝਿੱਲੀ ਹੁੰਦੀ ਹੈ। ਆਪਾਂ ਦੇਖਦੇ ਹਾਂ ਕਿ ਜੋ ਪੌਦਾ ਸੈੱਲ ਹੈ ਉਸ ਵਿੱਚ ਰਸਦਾਨੀ ਬਹੁਤ ਵੱਡੀ ਹੈ। ਭਾਵ ਕੋ ਜੋ ਵੈਕਿਊਲਸ ਆ ਉਹ ਪੌਦਾ ਸੈੱਲ ਵਿੱਚ ਪਲਾਂਟ ਸੈੱਲ ਵਿੱਚ ਬਹੁਤ ਵੱਡਾ ਹੈ, ਜਦ ਕਿ ਜੋ ਵੈਕਿਊਲਸ ਭਾਵ ਰਸਦਾਨੀ ਹੈ ਜੰਤੂ ਸੈੱਲ ਵਿੱਚ ਛੋਟੀਆਂ ਹੁੰਦੀਆਂ ਹਨ ਅਤੇ ਜ਼ਿਆਦਾ ਹੁੰਦੀਆਂ ਹਨ। ਅਤੇ ਉਸ ਦੇ ਕੇਂਦਰਕ ਲਗਭਗ ਸੈਂਟਰ ਵਿੱਚ ਹੈ ਜੰਤੂ ਸੈੱਲ ਵਿੱਚ। ਅਤੇ ਇਸ ਦੇ ਵੈਕਿਊਲਸ ਭਾਵ ਕਿ ਰਸਦਾਨੀ ਵੱਡਾ ਹੋਣ ਦੇ ਕਾਰਨ ਕੇਂਦਰਕ ਜੋ ਹੈ ਇੱਕ ਸਾਈਡ ਨੂੰ ਹੋ ਜਾਂਦਾ ਹੈ। ਅਤੇ ਪੌਦਾ ਸੈੱਲ ਵਿੱਚ ਜੋ ਹੈ ਕਲੋਰੋਪਲਾਸਟ ਹੁੰਦੇ ਹਨ ਅਤੇ ਜੰਤੂ ਸੈੱਲ ਵਿੱਚ ਕਲੋਰੋਪਲਾਸਟ ਨਹੀਂ ਹੁੰਦੇ। ਇਸ ਤਰ੍ਹਾਂ ਇਹ ਮੇਨ ਜਿਹੜੇ ਮੁੱਖ ਜੋ ਚਿੱਤਰ ਵਿੱਚ ਦਿਖਾਏ ਗਏ ਹਨ ਮੁੱਖ ਅੰਤਰ ਹਨ। ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਅੰਤਰ। ਨੰਬਰ 1 ਪੌਦਾ ਸੈੱਲ ਦਾ ਆਕਾਰ ਆਇਤਾਕਾਰ ਹੁੰਦਾ ਹੈ ਜਦ ਕਿ ਜੰਤੂ ਸੈੱਲ ਦਾ ਆਕਾਰ ਅੰਡਾਕਾਰ ਹੁੰਦਾ ਹੈ। ਇਸ ਵਿੱਚ ਰਸਦਾਨੀ ਵੱਡੀ ਹੁੰਦੀ ਹੈ ਅਤੇ ਜੰਤੂ ਸੈੱਲ ਵਿੱਚ ਰਸਦਾਨੀ ਛੋਟੀ ਹੁੰਦੀ ਹੈ। ਪੌਦਾ ਸੈੱਲ ਵਿੱਚ ਸੈੱਲ ਕੰਧ ਹੁੰਦੀ ਹੈ ਅਤੇ ਜੰਤੂ ਸੈੱਲ ਵਿੱਚ ਸੈੱਲ ਕੰਧ ਨਹੀਂ ਹੁੰਦੀ।
ਇਸ ਵਿੱਚ ਕਲੋਰੋਪਲਾਸਟ ਹੁੰਦੇ ਹਨ, ਜਦਕਿ ਜੰਤੂ ਸੈੱਲ ਵਿੱਚ ਕਲੋਰੋਪਲਾਸਟ ਨਹੀਂ ਹੁੰਦੇ। ਜੰਤੂ ਸੈੱਲ ਵਿੱਚ ਸੈਂਟਰੋਸੋਮ ਨਹੀਂ, ਪੌਦਾ ਸੈੱਲ ਵਿੱਚ ਸੈਂਟਰੋਸੋਮ ਨਹੀਂ ਹੁੰਦੇ, ਜਦਕਿ ਜੰਤੂ ਸੈੱਲ ਵਿੱਚ ਸੈਂਟਰੋਸੋਮ ਹੁੰਦੇ ਹਨ। ਪ੍ਰਸ਼ਨ ਨੰਬਰ 6, ਯੂਕੈਰੀਓਟਸ ਅਤੇ ਪ੍ਰੋਕੈਰੀਓਟਸ ਵਿੱਚ ਅੰਤਰ ਦੱਸੋ। ਸਭ ਤੋਂ ਪਹਿਲੇ ਆਪਾਂ ਪ੍ਰੋਕੈਰੀਓਟ ਦੀ ਗੱਲ ਕਰਾਂਗੇ। ਇਹ ਆਮ ਤੌਰ 'ਤੇ ਇੱਕ ਸੈੱਲੀ ਹੁੰਦੇ ਹਨ। ਯੂਕੈਰੀਓਟਸ ਜੋ ਹੈ ਇਹ ਆਮ ਤੌਰ 'ਤੇ ਬਹੁਤ ਸੈੱਲੀ ਹੁੰਦੇ ਹਨ। ਪ੍ਰੋਕੈਰੀਓਟਸ ਵਿੱਚ ਨਿਊਕਲੀਅਸ ਨਹੀਂ ਹੁੰਦਾ ਹੈ, ਯੂਕੈਰੀਓਟਸ ਵਿੱਚ ਨਿਊਕਲੀਅਸ ਹੁੰਦਾ ਹੈ। ਪ੍ਰੋਕੈਰੀਓਟਸ ਕੇਂਦਰਕ ਝਿੱਲੀ ਨਾਲ ਘਿਰਿਆ ਨਹੀਂ ਹੁੰਦਾ, ਜਦਕਿ ਯੂਕੈਰੀਓਟਸ ਦਾ ਜੋ ਕੇਂਦਰਕ ਹੈ ਉਹ ਕੇਂਦਰਕ ਝਿੱਲੀ ਨਾਲ ਘਿਰਿਆ ਹੁੰਦਾ ਹੈ। ਪ੍ਰਸ਼ਨ ਨੰਬਰ 7, ਸੈੱਲਾਂ ਵਿੱਚ ਕ੍ਰੋਮੋਸੋਮ ਭਾਵ ਕਿ ਗੁਣਸੂਤਰ ਕਿੱਥੇ ਪਾਏ ਜਾਂਦੇ ਹਨ, ਉਹਨਾਂ ਦਾ ਕੰਮ ਲਿਖੋ। ਇਸ ਦਾ ਉੱਤਰ ਹੈ ਸੈੱਲ ਵਿੱਚ ਗੁਣਸੂਤਰ ਭਾਵ ਕਿ ਕ੍ਰੋਮੋਸੋਮ ਕੇਂਦਰਕ ਵਿੱਚ ਪਾਏ ਜਾਂਦੇ ਹਨ, ਭਾਵ ਨਿਊਕਲੀਅਸ ਵਿੱਚ ਪਾਏ ਜਾਂਦੇ ਹਨ। ਇਹ ਕਿਸੇ ਜੀਵ ਦੇ ਅਣੂਵੰਸ਼ਕੀ ਗੁਣਾਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲੈ ਜਾਂਦੇ ਹਨ। ਪ੍ਰਸ਼ਨ ਨੰਬਰ 8, ਸਜੀਵਾਂ ਵਿੱਚ ਸੈੱਲ ਇੱਕ ਮੁੱਢਲੀ ਰਚਨਾਤਮਕ ਇਕਾਈ ਹੈ, ਸਮਝਾਓ। ਇਸ ਦਾ ਉੱਤਰ ਹੈ ਸਜੀਵਾਂ ਦੀਆਂ ਸਾਰੀਆਂ ਮੁੱਖ ਕਿਰਿਆਵਾਂ ਜਿਵੇਂ ਸਾਹ ਲੈਣਾ, ਮਲ ਤਿਆਗ, ਪਰਿਵਹਿਨ ਅਤੇ ਹੋਰ ਢਾਹੂ ਸਾਰੂ ਕਿਰਿਆਵਾਂ ਵੱਖ-ਵੱਖ ਸੈੱਲਾਂ ਦੁਆਰਾ ਹੀ ਹੁੰਦੀਆਂ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਜੀਵਾਂ ਵਿੱਚ ਸੈੱਲ ਇੱਕ ਮੁੱਢਲੀ ਇਕਾਈ ਹੈ। ਪ੍ਰਸ਼ਨ ਨੰਬਰ 9, ਦੱਸੋ ਕਿ ਕਲੋਰੋਪਲਾਸਟ ਜਾਂ ਕਲੋਰੋਫਿਲ ਕੇਵਲ ਪੌਦਾ ਸੈੱਲ ਵਿੱਚ ਹੀ ਕਿਉਂ ਪਾਏ ਜਾਂਦੇ ਹਨ। ਹਾਂਜੀ, ਇਸ ਦਾ ਉੱਤਰ ਹੈ ਕਿਉਂਕਿ ਕਲੋਰੋਪਲਾਸਟ ਵਿੱਚ ਕਲੋਰੋਫਿਲ ਹੁੰਦੀ ਹੈ ਜੋ ਪੌਦਿਆਂ ਨੂੰ ਪ੍ਰਕਾਸ਼ ਸੰਸਲੇਸ਼ਣ ਕਿਰਿਆ ਲਈ ਜ਼ਰੂਰੀ ਹੈ। ਪ੍ਰਸ਼ਨ ਨੰਬਰ 11 ਜੋ ਪਹੇਲੀ ਇਹਦੇ ਵਿੱਚ ਕੀ ਆ ਕਿ ਆਪਾਂ ਦੇਖਣਾ ਕਿ ਖੱਬੇ ਤੋਂ ਸੱਜੇ ਤੱਕ ਜਿਹੜੀਆਂ ਲਾਈਨਾਂ ਉਹਨਾਂ ਵਿੱਚ ਕੀ ਭਰ ਹੁੰਦਾ ਹੈ ਅਤੇ ਉੱਪਰ ਤੋਂ ਥੱਲੇ ਤੱਕ ਜਿਹੜੀਆਂ ਲਾਈਨਾਂ ਉਹਨਾਂ ਵਿੱਚ ਕੀ ਭਰ ਹੁੰਦਾ ਹੈ। ਨੰਬਰ 1 ਦੇ ਹੈ ਇਹ ਸੈੱਲ ਦਰਵ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ। ਸੈੱਲ ਦੇ ਵਿੱਚ ਇਹ ਹੈ ਕੇਂਦਰਕ, ਅੱਗੇ ਹੈ ਸੈੱਲ ਝਿੱਲੀ ਅਤੇ ਕੇਂਦਰਕ ਝਿੱਲੀ ਵਿਚਕਾਰਲਾ ਪਦਾਰਥ ਜੋ ਹੈ ਉਸ ਨੂੰ ਆਪਾਂ ਸੈੱਲ ਪਦਾਰਥ ਕਹਿੰਦੇ ਹਾਂ, ਅਤੇ ਉੱਪਰ ਤੋਂ ਹੇਠਾਂ ਵੱਲ ਜੋ ਹੈ ਸਜੀਵਾਂ ਦੀ ਮੁੱਢਲੀ ਸੰਰਚਨਾਤਮਕ ਇਕਾਈ ਉਸ ਦਾ ਹੈ ਸੈੱਲ ਕਹਿੰਦੇ ਹਨ। ਇਹ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਹੈ, ਕੀ ਹੈ ਕਲੋਰੋਪਲਾਸਟ। 5 ਤੇ ਹੈ ਸੈੱਲ ਪਦਾਰਥ, ਸੈੱਲ ਦੀ ਰਾਹ ਵਿਚਕਾਰ ਖਾਲੀ ਸਥਾਨ ਵਰਗੀ ਸੰਰਚਨਾ ਨੂੰ ਕਹਿੰਦੇ ਹਾਂ ਆਪਾਂ ਰਸਦਾਨੀ। 1 ਨੰਬਰ ਵਾਲੇ ਬਹੁ ਵਿਕਲਪੀ ਪ੍ਰਸ਼ਨ ਸਜੀਵਾਂ ਦੇ ਨੇ ਸੂਖਮਦਰਸ਼ੀ ਰਾਹੀਂ ਪਿਆਜ਼ ਦੀ ਝਿੱਲੀ ਨੂੰ ਵੇਖਿਆ ਤਾਂ ਉਸ ਨੂੰ ਹੇਠਾਂ ਸੈੱਲ ਦਿੱਤੇ ਚਿੱਤਰ ਅਨੁਸਾਰ ਇੱਟ ਦੀਆਂ ਦੀਵਾਰ ਵਰਗੀਆਂ ਰਚਨਾ ਦਿਖਾਈ ਦਿੱਤੀ। ਇਹਨਾਂ ਰਚਨਾਵਾਂ ਨੂੰ ਅਸੀਂ ਕੀ ਕਹਿੰਦੇ ਹਾਂ, ਜਿਸ ਵਿੱਚ ਜਿਹਦੀ ਸੈੱਲ ਕੰਧ ਵੀ ਹੁੰਦੀ ਹੈ, ਕੇਂਦਰਕ ਵੀ ਹੁੰਦਾ, ਸੈੱਲ ਦਰਵ ਵੀ ਹੁੰਦਾ ਹੈ, ਇਸ ਨੂੰ ਆਪਾਂ ਕੀ ਕਹਿੰਦੇ ਹਾਂ। ਹਾਂਜੀ, ਇਸ ਦਾ ਉੱਤਰ ਹੈ ਐੜਾ ਪੌਦਾ ਸੈੱਲ। ਨੰਬਰ 2 ਤੇ ਰਾਮ ਨੇ ਗਲ ਦੀ ਅੰਦਰਲੀ ਪਰਤ ਵਿੱਚੋਂ ਹੇਠਾਂ ਦਿੱਤੀ ਰਚਨਾ ਅਨੁਸਾਰ ਗਲ ਦੇ ਸੈੱਲ ਵੇਖੇ। ਇਸ ਦੇ ਮੱਧ ਵਿੱਚ ਗੋਲਕਾਰ ਭਾਗ ਨੂੰ ਉਹ ਕਿਵੇਂ ਅੰਕਿਤ ਕਰੇਗਾ। ਹਾਂਜੀ, ਇਸ ਦਾ ਉੱਤਰ ਹੈ ਕੇਂਦਰਕ ਭਾਵ ਕਿ ਨਿਊਕਲੀਅਸ। 3 ਤੇ ਹੈ ਸੁਮਨ ਨੇ ਛੱਪੜ ਦੇ ਪਾਣੀ ਦੀ ਇੱਕ ਬੂੰਦ ਦੀ ਸਲਾਈਡ ਬਣਾ ਕੇ ਦੇਖੀ ਕਿ ਬਹੁਤ ਸਾਰੇ ਪੈਰਾਮੀਸ਼ੀਅਮ ਇੱਧਰ ਉੱਧਰ ਗਤੀ ਕਰ ਰਹੇ ਹਨ। ਉਹ ਇਹ ਜਾਣਨਾ ਚਾਹੁੰਦਾ ਹੈ ਕਿ ਪੈਰਾਮੀਸ਼ੀਅਮ ਕਿਵੇਂ ਗਤੀ ਕਰਦੇ ਹਨ, ਭਾਵ ਕਿਸ ਦੁਆਰਾ ਗਤੀ ਕਰਦੇ ਹਨ। ਹਾਂਜੀ, ਇਸ ਦਾ ਉੱਤਰ ਹੈ ਸੀਲੀਆ ਰਾਹੀਂ, ਕਿਉਂਕਿ ਜੋ ਉਸਦੇ ਹੈ ਆਲੇ ਦੁਆਲੇ ਲੱਗੇ ਹੁੰਦੇ ਹਨ ਪੈਰਾਮੀਸ਼ੀਅਮ ਦੇ, ਉਹ ਸੀਲੀਆ ਹੁੰਦੇ ਹਨ, ਇਸ ਕਰਕੇ ਸੀਲੀਆ ਰਾਹੀਂ। ਪ੍ਰਸ਼ਨ ਨੰਬਰ 4 ਨਵੀਨ ਅਤੇ ਪ੍ਰਵੀਨ ਦੋਨੋਂ ਬਗੀਚੇ ਵਿੱਚ ਖੇਡ ਰਹੇ ਸਨ। ਉਹਨਾਂ ਨੇ ਵੇਖਿਆ ਕਿ
ਸਾਰੇ ਪੌਦਿਆਂ ਦੇ ਪੱਤੇ ਹਰੇ ਰੰਗ ਦੇ ਹਨ। ਪੌਦਿਆਂ ਦੇ ਪੱਤਿਆਂ ਦਾ ਰੰਗ ਹੇਠਾਂ ਦਿੱਤਿਆਂ ਵਿੱਚੋਂ ਕਿਸ ਕਾਰਨ ਹੈ? ਹਾਂਜੀ ਬੇਟੇ, ਜਿਵੇਂ ਕਿ ਆਪਾਂ ਪੜ੍ਹਿਆ ਆ ਕਿ ਇਸ ਦਾ ਹਰਾ ਰੰਗ ਜੋ ਹੈ ਉਹ ਕਲੋਰੋਫਿਲ ਦੇ ਕਾਰਨ ਹੁੰਦਾ ਹੈ। ਕਿਸ ਕਾਰਨ ਹੁੰਦਾ ਹੈ? ਕਲੋਰੋਫਿਲ ਕਾਰਨ। ਨੰਬਰ 5 ਤੇ ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਕੀ ਖਵਾਉਂਦੀਆਂ ਹਨ? ਹਾਂਜੀ, ਇਸ ਨੂੰ ਕਹਿੰਦੇ ਹਨ ਗੁਣਸੂਤਰ, ਭਾਵ ਕਿ ਕ੍ਰੋਮੋਸੋਮਸ। ਰਮਨ ਦੀ ਮਾਤਾ ਨੇ ਰਮਨ ਨੂੰ ਮੁਰਗੀ ਦਾ ਉਬਾਲਿਆ ਅੰਡਾ ਕੱਟ ਕੇ ਖਾਣ ਨੂੰ ਦਿੱਤਾ। ਉਹ ਇਸ ਦੇ ਪੀਲੇ ਭਾਗ ਨੂੰ ਕੀ ਕਰੇਗੀ? ਕਹੇਗੀ ਕੀ ਕਹੇਗੀ? ਜੋਕ। ਕੀ ਕਹੇਗੀ ਬੇਟੇ? ਜੋਕ, ਪੀਲਾ ਭਾਗ ਜੋ ਹੈ। 7 ਤੇ ਹੈ ਕੋਮਲ ਅਮੀਬਾ ਦੀ ਕਿਰਤੀ ਵਿੱਚ ਇਸ ਦੇ ਮੁੱਖ ਸਰੀਰ ਤੋਂ ਬਾਹਰ ਭਿੰਨ ਭਿੰਨ ਲੰਬਾਈਆਂ ਦੇ ਉਭਾਰ ਨੂੰ ਕਿਸ ਨਾਂ ਨਾਲ ਅੰਕਿਤ ਕਰੇਗੀ? ਉਹ ਹੈ ਸਿਊਡੋਪੋਡੀਆ, ਭਾਵ ਕਿ ਆਵਾਸੀ ਪੈਰ। ਹੇਠਾਂ ਦਿੱਤੇ ਚਿੱਤਰ ਨੂੰ ਤੁਸੀਂ ਕੀ ਕਹੋਗੇ? ਹਾਂਜੀ, ਇਸ ਦਾ ਉੱਤਰ ਹੈ ਨਾੜੀ ਸੈੱਲ, ਭਾਵ ਕਿ ਨਰਵ ਸੈੱਲ, ਜੋ ਕਿ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਸਾਡੇ ਸਰੀਰ ਦਾ ਸਭ ਤੋਂ ਲੰਬਾ ਸੈੱਲ ਹੈ, ਭਾਵ ਕਿ ਨਾੜੀ ਸੈੱਲ। ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ? ਉਸ ਦਾ ਉੱਤਰ ਹੈ ਕਲੋਰੋਪਲਾਸਟ, ਜੋ ਕਿ ਸਿਰਫ ਪੌਦਿਆਂ ਵਿੱਚ ਹੀ ਹੁੰਦਾ ਹੈ, ਜੰਤੂਆਂ ਵਿੱਚ ਨਹੀਂ ਹੁੰਦਾ। ਨਾੜੀ ਸੈੱਲ ਦੇ ਕੰਮ ਦੱਸੋ। ਸੰਦੇਸ਼ ਨੂੰ ਪ੍ਰਾਪਤ ਕਰਕੇ ਸਥਾਨ ਅੰਤਰਿਤ ਕਰਨਾ, ਇਹ ਨਾੜੀ ਸੈੱਲ ਦਾ ਕੰਮ ਹੈ। ਸੰਦੇਸ਼ ਨੂੰ ਪ੍ਰਾਪਤ ਕਰਕੇ ਸਥਾਨ ਅੰਤਰਿਤ ਕਰਨਾ। ਪ੍ਰਸ਼ਨ ਨੰਬਰ 11 ਕੇਂਦਰਕ ਅਤੇ ਸੈੱਲ ਝਿੱਲੀ ਦੇ ਵਿਚਕਾਰ ਜੈਲੀ ਵਰਗੇ ਪਦਾਰਥ ਨੂੰ ਕੀ ਆਖਦੇ ਹਨ? ਸਾਈਟੋਪਲਾਜ਼ਮ। ਪ੍ਰਸ਼ਨ 12 ਹੇਠ ਲਿਖਿਆਂ ਵਿੱਚੋਂ ਪੌਦਾ ਸੈੱਲ ਦਾ ਕਿਹੜਾ ਅੰਗ ਪ੍ਰਕਾਸ਼ ਸੰਸਲੇਸ਼ਨ ਲਈ ਜ਼ਰੂਰੀ ਹੈ? ਉਹ ਹੈ ਜੀ ਕਲੋਰੋਪਲਾਸਟ। ਪ੍ਰਸ਼ਨ 13 ਸੈੱਲ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ? ਇਸ ਦਾ ਉੱਤਰ ਹੈ ਰੌਬਰਟ ਹੁੱਕ ਨੇ। ਪ੍ਰਸ਼ਨ ਨੰਬਰ 14 ਬਹੁਤ ਸੈਲੀ ਜੀਵਾਂ ਦੀ 2 ਉਦਾਹਰਨ ਦਿਓ। ਉਹ ਹੈ ਮਨੁੱਖ ਅਤੇ ਲੂੰਬੜੀ। ਇਸ ਵਿੱਚ ਜੋ ਆਪਸ਼ਨ ਹੈ ਮਨੁੱਖ ਅਤੇ ਲੂੰਬੜੀ। 15 ਤੇ ਸੈੱਲ ਦੇ 3 ਮੁੱਖ ਭਾਗ ਲਿਖੋ। ਉਹ ਹਨ ਕੇਂਦਰਕ, ਸੈੱਲ ਝਿੱਲੀ, ਸੈੱਲ ਪਦਾਰਥ, ਸਾਈਟੋਪਲਾਜ਼ਮ। ਕੇਂਦਰਕ ਜਾਂ ਸੈੱਲ ਭਿੱਤੀ ਜਾਂ ਸੈੱਲ ਪਦਾਰਥ, ਜਾਂ ਮਾਈਟੋਕਾਂਡਰੀਆ, ਗੋਲਜੀ ਕਾਇਆ ਜਾਂ ਰਾਈਬੋਸੋਮ। ਇਹ ਸਾਰੇ ਹੀ ਸੈੱਲ ਦੇ ਅੰਦਰ ਮੁੱਖ ਭਾਗ ਹੁੰਦੇ ਹਨ, ਇਸ ਕਰਕੇ ਇਹ ਉਪਰੋਕਤ ਸਾਰੇ ਇਸ ਦਾ ਉੱਤਰ ਆਏਗਾ। ਪ੍ਰਸ਼ਨ ਨੰਬਰ 16 ਸੈੱਲ ਦੇ ਕਿਹੜੇ ਭਾਗ ਵਿੱਚ ਨਿੱਕੜੇ ਅੰਗ ਪਾਏ ਜਾਂਦੇ ਹਨ? ਇਸ ਦਾ ਉੱਤਰ ਹੈ ਸਾਈਟੋਪਲਾਜ਼ਮ ਵਿੱਚ। ਪ੍ਰਸ਼ਨ ਨੰਬਰ 17 ਯੂਕੈਰੀਓਟਸ ਅਤੇ ਪ੍ਰੋਕੈਰੀਓਟਸ ਵਿੱਚ ਮੁੱਖ ਅੰਤਰ ਦੱਸੋ। ਇਸ ਦਾ ਮੁੱਖ ਅੰਤਰ ਹੈ ਜੋ ਹੈ ਕੇਂਦਰਕ ਝਿੱਲੀ ਯੂਕੈਰੀਓਟਸ ਵਿੱਚ ਹੁੰਦੀ ਹੈ, ਪਰ ਪ੍ਰੋਕੈਰੀਓਟਸ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ। ਪ੍ਰਸ਼ਨ ਨੰਬਰ 18 ਸੈੱਲ ਵਿੱਚ ਗੁਣਸੂਤਰ ਕਿੱਥੇ ਪਾਏ ਜਾਂਦੇ ਹਨ? ਹਾਂਜੀ, ਇਸ ਦਾ ਉੱਤਰ ਹੈ ਕੇਂਦਰਕ ਭਾਵ ਨਿਊਕਲੀਅਸ ਵਿੱਚ। 19 ਕਲੋਰੋਪਲਾਸਟ ਜਾਂ ਕਲੋਰੋਫਿਲ ਕਿਸ ਪ੍ਰਕਾਰ ਦੇ ਸੈੱਲਾਂ ਵਿੱਚ ਪਾਏ ਜਾਂਦੇ ਹਨ? ਹਾਂਜੀ, ਇਹ ਹੈ ਪੌਦਾ ਸੈੱਲ ਵਿੱਚ। ਇੱਕ ਸੈਲੀ ਜੀਵਾਂ ਦੀਆਂ 2 ਉਦਾਹਰਨਾਂ ਦੱਸੋ। ਇਹਨਾਂ ਵਿੱਚ ਆਉਂਦਾ ਜੀ ਊੜਾ ਅਮੀਬਾ ਅਤੇ ਪੈਰਾਮੀਸ਼ੀਅਮ ਵੀ ਇੱਕ ਸੈਲੀ ਜੀਵ ਹਨ, ਅਤੇ ਜ਼ੁਗਲੀਨਾ ਅਤੇ ਬੈਕਟੀਰੀਆ ਵੀ ਇੱਕ ਸੈਲੀ ਜੀਵ ਹਨ। ਇਸ ਕਰਕੇ ਇਸ ਦਾ ਉੱਤਰ ਆਏਗਾ ਊੜਾ ਅਤੇ ਈੜੀ ਦੋਨੋਂ। 21 ਪ੍ਰੋਟੋਪਲਾਜ਼ਮ ਜੀਵ ਦ੍ਰਵ ਕਿਸ ਨੂੰ ਕਿਹਾ ਜਾਂਦਾ ਹੈ? ਕੇਂਦਰਕ ਅਤੇ ਸੈੱਲ ਪਦਾਰਥ ਭਾਵ ਕਿ ਸਾਈਟੋਪਲਾਜ਼ਮ ਨੂੰ। ਪ੍ਰਸ਼ਨ ਨੰਬਰ 22 ਸੈੱਲ ਵਿੱਚ ਜੈਲੀ ਵਰਗਾ ਪਦਾਰਥ ਹੁੰਦਾ ਹੈ, ਇਸ ਨੂੰ ਕੀ ਕਹਿੰਦੇ ਹਨ? ਇਸ ਨੂੰ ਸਾਈਟੋਪਲਾਜ਼ਮ ਕਹਿੰਦੇ ਹਨ। ਪ੍ਰਸ਼ਨ ਨੰਬਰ 23 ਪੱਤਿਆਂ ਦਾ ਹਰਾ ਰੰਗ ਕਿਸ ਵਰਣ ਕਾਰਨ ਹੁੰਦਾ ਹੈ? ਇਹ ਕਲੋਰੋਫਿਲ ਕਾਰਨ ਹੁੰਦਾ ਹੈ। ਪ੍ਰਸ਼ਨ ਨੰਬਰ 24 ਸੈੱਲ ਦੇ ਹੇਠਾਂ ਕੁਝ ਦਿੱਤੇ ਭਾਗਾਂ ਵਿੱਚੋਂ ਪੌਦਾ ਸੈੱਲ, ਜੰਤੂ ਸੈੱਲ, ਬੈਕਟੀਰੀਆ ਸੈੱਲ ਵਿੱਚ ਪਾਏ ਜਾਣ ਵਾਲੇ ਸਾਂਝੇ ਭਾਗ ਦਾ ਨਾਂ ਲਿਖੋ। ਉਹ ਹੈ ਸੈੱਲ ਭਿੱਤੀ। ਕੀ ਹੈ? ਸੈੱਲ ਭਿੱਤੀ। ਪ੍ਰਸ਼ਨ ਨੰਬਰ 25 ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ। ਸੈੱਲ ਭਿੱਤੀ ਪੌਦਾ ਸੈੱਲ ਵਿੱਚ ਮੌਜੂਦ ਹੁੰਦੀ ਹੈ, ਪਰ ਜੰਤੂ ਸੈੱਲ ਵਿੱਚ ਨਹੀਂ ਹੁੰਦੀ। ਸੋ ਪਿਆਰੇ ਵਿਦਿਆਰਥੀਓ, ਬਾਕੀ ਪਾਠ ਜੋ ਲੈਸਨਸ ਰਹਿੰਦੇ ਹਨ ਉਹ ਵੀ ਤੁਹਾਡੇ ਨਾਲ ਇਸ ਤਰ੍ਹਾਂ ਸਾਂਝੇ ਕਰਦਾ ਰਹਾਂਗਾ, ਅਤੇ ਇਸ ਲਈ ਮੇਰੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਜੀ। ਥੈਂਕਸ।
ਆਲ ਦਾ ਬੈਸਟ।